गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संतां ने, साधुआं ने, सतगुरु गुरु नानक पातशाह ने जो उपदेश सानू बख्शिश कीता है, सानू समझाउंदे भी जे असीं परमात्मा निरंकार दी रजा दे विच चलीए, जे असीं उहदे भाणे विच चलीए, फिर असीं सुखी हो सकते हैं। साडा जिहड़ा जीवन वो आनंदमई हो सकदा। हुण जिहड़े फिर परमात्मा दे भगत, जिन्हां ने भगती कीती, उन्हां नूं फिर जो भी परमात्मा करदा उही उन्हां नूं चंगा लगदा, उही उन्हां नूं भला लगदा। साडे अंदर हौमे हुंदी जदों, वो सानूं परमात्मा दा कीता होया जिहड़ा भला, वो सानूं भला लगण नहीं दिंदी। जदों फिर सानूं मालक दा कीता होया भला लगदा उदों ही जदों साडे अंदर हौमे खत्म हो जांदी, फिर हौमे नूं मार के असीं परमात्मा वाहिगुरू दे विच समा सकदे। महाराज इसे वास्ते जी फरमाउंदे, हर जो किछ करे सो हर कियां भगतां पाया, जन नानक हौमे मार समाया। भी जो भी मालक करदा उहदे भगतां नूं भाउंदा, उन्हां नूं चंगा लगदा। हुण आपां नूं फिर समझाउंदे भी ऐसी अवस्था अपने मन दी बन जी, भी जो मालक कर रहा उन्हें तो वो करना ही करना। साडे आखे ते जां साडे कहण ते वो बदल नहीं जाना। महाराज इसलिए फरमाउंदे, कहो नानक करते कियां बातां
ਜੋ ਕੁਛ ਕਰਨਾ ਸੋ ਕਰ ਰਹੇ ਹੈ। ਵੀ ਮਾਲਕ ਦੀਆਂ ਜਿਹੜੀਆਂ ਬਾਤਾਂ ਵੀ ਉਹ ਜੋ ਮਾਲਕ ਨੇ ਕਰਨਾ ਉਹ ਕਰ ਰਿਹਾ। ਅਸੀਂ ਉਹਦਾ ਕੀਤਾ ਹੋਇਆ ਉਹ ਮੋੜ ਨਹੀਂ ਸਕਦੇ, ਅਸੀਂ ਉਹਨੂੰ ਬਦਲ ਨਹੀਂ ਸਕਦੇ। ਵਾਹਿਓ ਸਾਨੂੰ ਭਗਤਾਂ ਨੇ ਸਮਝਾਇਆ ਵੀ ਤੁਸੀਂ ਝੱਖ ਨਾ ਮਾਰ, ਵੀ ਸਾਡਾ ਆਖਿਆ ਹੋਇਆ ਉਵੇਂ ਹੋਣਾ ਨਹੀਂ। ਜੋ ਮਾਲਕ ਨੇ ਕਰਨਾ ਉਹਨੂੰ ਕੋਈ ਮਿਟਾ ਨਹੀਂ ਸਕਦਾ, ਹੋ ਕੇ ਹੀ ਰਹਿਣਾ। ਫਰਮਾਉਂਦੇ ਨੇ ਕਬੀਰ ਝੱਖ ਨਾ ਝਖੀਏ, ਤੁਮਰੋ ਕਿਹੋ ਨਾ ਹੋਈ। ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਕੋਈ। ਜੋ ਕਰਮ ਕਰੀਮ ਵਾਹਿਗੁਰੂ ਕਰ ਰਿਹਾ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਹੁਣ ਭਗਤ ਜਿਹੜੇ ਫਿਰ ਉਹਦੀ ਰਜ਼ਾ ਦੇ ਵਿੱਚ ਚੱਲਦੇ, ਜੋ ਮਾਲਕ ਕਰ ਰਿਹਾ ਉਹਦੀ ਰਜ਼ਾ ਨੂੰ, ਉਸ ਨੂੰ ਸਮਝਦੇ ਹੋਏ, ਉਹਦੇ ਭਾਣੇ ਨੂੰ ਮੰਨਦੇ ਹੋਏ, ਫਿਰ ਉਹਨਾਂ ਨੂੰ ਤਾਂਹੀਓ ਆਤਮਿਕ ਸੁੱਖ ਹੈ, ਉਹਨਾਂ ਦਾ ਮਨ ਸੁਖੀ ਰਹਿੰਦਾ, ਆਨੰਦ ਵਿੱਚ ਰਹਿੰਦਾ। ਸੋ ਇਹੋ ਫਿਰ ਸਤਿਗੁਰੂ ਸਾਨੂੰ ਸਾਰਾ ਗਿਆਨ ਦਿੰਦੇ ਬ੍ਰਹਮ ਦਾ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਨਿਰੰਕਾਰ ਨੂੰ। ਜੇ ਸਾਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਏਗਾ ਵੀ ਜਿੰਨਾ ਵੀ ਇਹ ਪਸਾਰਾ ਸਾਰਾ ਬ੍ਰਹਮ ਤੋਂ ਹੀ ਹੋਏ, ਜੋ ਕੁਝ ਵੀ ਪ੍ਰਗਟ ਹੋਇਆ, ਜੋ ਵੀ ਪੈਦਾ ਹੋਇਆ, ਇਹ ਸਾਰੇ ਕਾਸੇ ਦਾ ਜਿਹੜਾ ਮੂਲ ਉਹ ਬ੍ਰਹਮ ਹੈ, ਪਰਮਾਤਮਾ। ਮਾਰੇ ਫਰਮਾਉਂਦੇ ਬ੍ਰਹਮੋਂ ਪਸਾਰਾ, ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ। ਔਰ ਆਪਾਂ ਨੂੰ ਕਹਿੰਦੇ ਵੀ ਇਹ ਬ੍ਰਹਮ ਤੋਂ ਸਾਰਾ ਪਸਾਰਾ ਹੋਇਆ, ਪਰਮਾਤਮਾ ਤੋਂ, ਨਿਰੰਕਾਰ 'ਚ। ਐਸੀ ਕੋਈ ਥਾਂ ਨਹੀਂ ਜਿੱਥੇ ਬ੍ਰਹਮ ਨਹੀਂ। ਬ੍ਰਹਮ ਹਰ ਥਾਂ 'ਤੇ ਮੌਜੂਦ ਹੈ। ਜਾਂ ਇਹ ਕਹਿ ਲਓ ਵੀ ਬ੍ਰਹਮ ਕਿੱਥੇ ਨਹੀਂ, ਵੀ ਹਰ ਥਾਂ 'ਤੇ ਬ੍ਰਹਮ ਹੀ ਬ੍ਰਹਮ। ਸਾਡੇ ਅੰਦਰ ਵੀ ਉਹ ਬ੍ਰਹਮ ਦੀ ਜੋਤ ਹੈ ਅਤੇ ਬਾਹਰ ਵੀ ਚਾਰ ਛਪੇਰੇ ਉਹੀਓ ਮੌਜੂਦ 'ਚ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਵੈਰ ਵਿਰੋਧ ਕਰੋਗੇ ਤਾਂ ਕਿਹਦੇ ਨਾਲ ਕਰੋਗੇ? ਜੇ ਤੁਸੀਂ ਮਾੜਾ ਆਖੋਗੇ ਤਾਂ ਕਿਸ ਨੂੰ ਆਖੋਗੇ? ਸਭਨਾਂ ਦੇ ਅੰਦਰ ਦਾ ਬ੍ਰਹਮੀ ਮਾਰੇ ਤਾਈਓ ਫਰਮਾਉਂਦੇ ਵਾਹ ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਾਟ ਘਾਟ ਅੰਤਰ ਬ੍ਰਹਮ ਸਮਾਹੂ। ਵੀ ਜਿੰਨੇ ਵੀ ਘਾਟ, ਸਾਰਿਆਂ ਘਾਟਾਂ ਦੇ ਵਿੱਚ ਉਹ ਬ੍ਰਹਮੀ ਪਰਮਾਤਮਾ ਹੀ ਸਭਨਾਂ ਦੇ ਅੰਦਰ ਬੋਲਤ। ਸਭੇ ਘਟ ਰਾਮ ਬੋਲੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਤੁਸੀਂ ਮਾੜਾ ਆਖੋਗੇ ਤਾਂ ਤੁਸੀਂ ਕਿਸ ਨੂੰ ਆਖੋਗੇ? ਇਸੇ ਵਾਸਤੇ ਜੀ ਸਾਨੂੰ ਫਿਰ ਗੁਰਮੁਖ ਸਮਝਾਉਂਦੇ ਵੀ ਇਹ ਜਿਹੜੀ ਖਾਲਕ ਉਹ ਮਾਲਕ ਦੇ ਵਿੱਚ ਅਤੇ ਮਾਲਕ ਸਾਡੇ ਵਿੱਚ, ਅਸੀਂ ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ। ਫਿਰ ਉਹ ਕਹਿੰਦੇ ਵੀ ਮੰਦਾ ਕਿਹਨੂੰ ਆਖੀਏ, ਮਾੜਾ ਕਿਹਨੂੰ ਆਖੀਏ, ਜਦੋਂ ਸਾਰਾ ਕੁਛ ਬ੍ਰਹਮ ਤੋਂ ਹੀ ਪ੍ਰਗਟ। ਫਰਮਾਉਂਦੇ ਨੇ ਫਰੀਦਾ ਖਾਲਕ ਖਾਲਕ ਮੈਂ, ਖਾਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾ। ਬਈ ਮੰਦਾ ਕਿਹਨੂੰ ਆਖੀਏ ਜਦੋਂ ਤੇਰੇ ਤੋਂ ਬਿਨਾਂ ਹੋਰ ਤਾਂ ਕੋਈ ਹੈ ਹੀ ਨਹੀਂ, ਤੂੰ ਹੀ ਤਾਂ ਹੈ। ਹੁਣ ਐਸੀ ਅਵਸਥਾ ਦੇ ਵਿੱਚ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਉਹੀ ਹੈ, ਜਦੋਂ ਮਾਲਕ ਹੀ ਕਰ ਰਿਹਾ ਹੈ, ਫਿਰ ਉਹਦਾ ਕੀਤਾ ਹੋਇਆ ਕਹਿੰਦੇ ਤੁਸੀਂ ਭਲਾ ਭਲਾ ਕਰਕੇ ਮੰਨੋ ਵੀ ਜੋ ਮਾਲਕ ਕਰਦਾ ਉਹੀਓ ਭਲਾ ਸਾਡੇ ਸਾਰਿਆਂ ਜੀਵਾਂ ਵਾਸਤੇ। ਇਹ ਫਿਰ ਸੋਝੀਏ ਸਾਨੂੰ ਭੇਤ ਗੁਰੂ ਦੀ ਮੱਤ ਲੈ ਕੇ ਸਾਧ ਸੰਗਤ ਦੇ ਵਿੱਚ ਆ ਕੇ ਆਉਣ ਵੀ ਜੋ ਮਾਲਕ ਕਰ ਰਿਹਾ ਉਹੀਓ ਸਾਡੇ ਵਾਸਤੇ ਭਲਾ ਹੈ, ਉਹੀਓ ਚੰਗਾ। ਅਤੇ ਐਸੀ ਅਵਸਥਾ ਦੇ ਵਿੱਚ ਫਿਰ ਜਿਹੜੀ ਸਾਡੇ ਅੰਦਰ ਪਰਾਈ ਤਾਤ ਹੁੰਦੀ, ਜਿਹੜੀ ਦੁਵਿਧਾ ਹੁੰਦੀ, ਜਿਹੜੀ ਈਰਖਾ ਹੁੰਦੀ, ਉਹ ਸਾਡੇ ਅੰਦਰੋਂ ਫਿਰ ਮਿਟ ਜਾਂਦੀ। 'ਚ। 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 'ਚ।
महाराज इसे वास्ता जी फरमाउंदे, विसर गई सब तात पराई, जब ते साध संगत मोहि पाई, ना को वैरी ना ही बगाना, सगल संग हमको बनाई, जो प्रभ कीनो सोई भल मान्यो, ये समत साधु ते पाई। साधु जन संत जन सानू इहो भेत दिंदे, इहो समझाउंदे कि जो मालक करदा उहनूं भला भला करके मन्नो, उहदी रजा विच चलो, फिर तुसीं आत्मक आनंद माणोगे, फिर तुहाडा मन सुखी हो सकदा। जे हुण असीं दौदा विच जावांगे, जे असी वैर विरोध 'ਚ जावांगे, ਉਹਦੇ ਨਾਲ ਅਸੀਂ दुखी ही ਹੋਵਾਂਗੇ, ਸਾਡੇ दुख कलेश ਵਧਣਗੇ, ਅਸੀਂ सुखी नहीं हो सकते। सो इस वास्ते सानू फिर समझाउंदे भी संसार दे विच ਇਹ ਵਿਖ ਦੇ ਵਿੱਚ ਤਾਂ सुख नहीं है। ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ, ਆਪਦੀ ਮੱਤ ਦੁਆਰਾ, फिर महाराज कहते भी ये विखिया दे विच जहर दे विच किसी की तृप्ति नहीं हुई। तो सचे पातशाह सानू समझाउंदे भी जिमें पावक है अगन, भी उहदे विच जिन्ना मर्जी बालन पा दिओ, वो अग रजदी नहीं, उहदी तृप्ति नहीं हुंदी। इसे तरह ही परमात्मा तो बिना, उहदे नाम तो बिना साडे मन नूं सबर संतोख नहीं आउंदा, ये रजदा नहीं है। मारे फरमाउंदे ने, विखिया में किन ही तृप्त न पाई, ज्यों पावक इद नहीं तरापै, बिन हर कहाँ आगाई। बई जिमें वो जिहड़ी पावक, जिमें वो अगन, उहदी तृप्ति नहीं हुंदी बालण दे नाल, इसे तरह ही ये विख जहर दे विच साडे मन की तृप्ति नहीं हुंदी। संसार दे विच असीं जिन्ना मर्जी साजो समान इकट्ठा करी चलीए, जे आखीए भी इहदे नाल साडे मन नूं सुख मिलेगा, साडे मन नूं शांति आएगी, शांति आउणी उहदी रजा विच चल के, सुख मिलना उहदे हुक्म दे विच आके, मालक दी रजा नूं जाण के, गुरु दी मत लैके, फिर असीं सुखी हो सकते। इहो कारण है संसार दे विच जीव ना गुरु दी मत लैण करके, ना सोझी लैण करके फिर दुखी हुंदा। संसार दा सारा कुछ उहदे कोल हुंदे सुंदे भी फिर भी दुखी है, फिर भी अशांत है, क्योंकि आपदी मत द्वारा दुखी हो रही है। हुण आपां फिर गुरु घर इसे वास्ते आउंदे, सतसंग दे विच इस वास्ते ही आउंदे आ भी ताकि सानू गुरु दी मत आ जी, साडे मन नूं सोझी आ जे, सानू भेत आ जे, ते असीं सुखी हो जाइए। सुखी होण वास्ते ही फिर आपां ज्ञान लैंदे आ, सोझी लैंदे आ, अपने मन नूं समझाउण वास्ते। मारे ताइयों सानू फरमाउंदे, मन समझावण कारणे कछुक पढ़िए ज्ञान, भी ये जिहड़ा ज्ञान सतगुरु सानू सोझी दिंदे साडे मन नूं समझाउण वास्ते। जे हुण साडे मन ने गुरु दी मत नहीं लई, नहीं ये रजा दे विच आया, नहीं इहने हुक्म नूं बुझिया, फिर सतगुरु कहंदे भी पढ़ नूं जिन्ना मर्जी पढ़ी चले, पर लेखे दे विच तां इहो गल भी उहदी रजा च आउणा। मारे ताइयों फरमाउंदे, पढ़िए जेते वर्ष वर्ष, पढ़िए जेते मास, पढ़िए जेती आरजा, पढ़िए जेते सास, नानक लेखे एक गल, होर हौमे झखना झाक। बई लेखे दे विच तां इह गल है भी साडा मन उहदी रजा दे विच आवे, जो मारे कहंदे हुक्म रजाई चलना, नानक लिखिया नाल, बई उहदी रजा दे विच साडा मन चले, उहदे हुक्म दे विच चले, फिर सुखी हो सकदा। जे हुण पढ़ी तां जांदा, उहदी रजा दे विच नहीं आउंदा, उहदा नहीं हुक्म नूं बुझदा, फिर महाराज कहंदे जिन्ने मर्जी वर्ष पढ़ी चलो, जिन्ने मर्जी महीने पढ़ी चलो,
जिन्ने सवास ने सारी उम्र पढ़ी चलो। पर जे असी हुण पढ़ के सोझी नहीं लई, भेत नहीं लिया, फिर सानू लाभ की होया? क्योंकि महाराज कहते पढ़ना तो इसे करके अपने मन नूं समझाउण वास्ते भी साडा मन सुखी किवें होवे, इहदे कला कलेश किवें मटण ते इहदी तृप्ति किवें होवे। हुण जे असी इधर विख दे विच ही तृप्ति भालदे हां ते महाराज कहते विखिया दे विच तां किसी दी तृप्ति होई नहीं, माया दे विच तां किसी दी तृप्ति होई नहीं। ये तृप्ति होनी मालक दी भगती करके, उहदी रजा दे विच आके, उहदे हुक्म दे विच आके। सो इस वास्ते फिर साडे मन नूं समझाउंदे भी हुण तूं इह गल नूं चंगी तरह समझ ले भी जाजा कि मैं गुरु की मत नहीं ले लेंदा उन्ना समा मैं सुखी नहीं हो सकता। जिहड़ी मेरी अपनी मत है, मेरी सियाणप, मेरी सोच, वो मैनूं दुखां 'च ही रखेगी। सो इस वास्ते फिर आपां मन नूं समझाउण लई, गुरु की मत देण लई ये आपां सत्संग च आउंदे। पर सत संगत करन दे बावजूद भी, रोज़ इहनूं समझाउण दे बावजूद भी, सिੱਖਿਆ देण दे बावजूद भी फिर भी मन भुल जांदा। ये भुल के फिर जदों आपदी मत वरतदा फिर शांत हुंदा, फिर दुखी हुंदा ते इहनूं फिर मुड़ मुड़ के समझाउण भी ताकि इहनूं समझ लग जे, इहदे अंदर दृढ़ हो जे, दुखां 'च जावे ना। महाराज ताइयों समझाउंदे कहंदे मन मूर्ख अजू न समझत, सिख दे हारियो नीत। बई मन एडा मूर्ख होया होया, इन्नी इहने आपदी मत दृढ़ कर ली है। सतगुरु कहंदे इहनूं रोज़ सिੱਖਿਆ दिंदे फिर भुल जांदा, फिर आपदी मत वरतदा। हुण ताइयों फिर भुले हुए मन नूं वार वार समझाया जांदा। जिहड़ा ये आपां कहने ना भी वार वार असीं संगत करदे हां, वार वार सानूं उहिओ गल्लां, गुरबाणी तो उही है। हुण आपां जिहड़ी रोज़ पढ़दे हां, नितनेम उही जिहड़ा आपां रोज़ करदे, हुण सानूं रोज़ करन दी की लोड़ है? क्यों सानूं नित करना पैंदा? क्योंकि साडा मन भुल जांदा। इहनूं भुले होए नूं फिर समझाउण वास्ते ਤਾਂ करके असीं गुरबाणी नूं पढ़दे हां भी ताकि इहनूं समझ लग जे, भुलिया होया समझ जे। फिर ताइयों आपा सिमरन करदे हां, ताइयों सत्संगत करदे हां भी ये भुलिया होया समझ जे, माया दे विच जावे ना। क्योंकि जांदा उदों ही है जदों ये भुल जांदा। महाराज कहंदे भूलो मन माया घर जाइए। बई मन माया दे घर च जाके सौ जांदा जदों भुल जांदा। इस करके फिर ये भुले हुए मन नूं वार वार समझाया जाता भी तेरे जीवन का जो मकसद है, जिस वास्ते तू इत्थे आया, हुण आपां दिने आ गए इस लोक दे विच, इस शरीर नूं लोक कहिंदे। हुण इह लोक दे विच जिस मकसद वास्ते असीं आए हैं, महाराज कहिंदे भी वो मकसद नूं तुसीं भुल्लो ना, उहनूं चेते रखो। साडा मकसद की है? मालक का सिमरन करना, उसकी भगती करनी। ताइयों सानू फरमाउंदे भजो गोबिंद भूल मत जाहो, मानस जन्म का यही लाहो। सानू कहंदे भी मानस जामे का यही लाहा भी इहदे विच हुण तुसीं सिमरन कर लो, भगती कर लो, हुण तुसीं इन्हां सवासां नूं संभाल लो भी ये जिहड़े दम ने इन्हां नूं व्यर्थ ना जाण दो। जिहड़े सवास दे नाल असीं नहीं मालक नूं चेते करदे, वो साडा जिहड़ा दम, वो सवास साडा व्यर्थ चला जांदा। महाराज फरमाउंदे ने जो दम चित ना आवे सो दम बिरथा जाए। जिहड़े दम दे नाल असीं नहीं मालक नूं याद कीता, वो साडा व्यर्थ चला गया। हुण इन्ना कीमती धन साडा सवासां दा भी जिहदी इस लोक दे विच कोई कीमत नहीं दिती जा सकती। आप सारे संसार की धन दौलत इकट्ठी कर लीए, सारे पदार्थ इकट्ठे कर लीए तो आखिए भी एक सवास दे दो, ये नहीं मिलता इन्हां दे बदले।
क्योंकि अमुल वस्तु है भी जिहदा कोई मुल नहीं दिता जा सकता, जिहदी कोई कीमत नहीं दी जा सकती। हौड़े सवास साडे इन्हां नूं माणक मोती हीरे जवाहरात आखी, अमुल वस्तु आखी। पर इहदा भेद सानूं उदों लगदा जदों असीं गुरु की मत लैंदे, जदों असीं ब्रह्म का ज्ञान लैंदे। जद तक असीं गुरु की मत नहीं लैंदे उन्ना समां सानूं ये भेद नहीं आउंदा, सानूं ये सोझी नहीं आउंदी। ये इसलिए महाराज फरमाउंदे मत विच रतन जवाहर माणक जे एक गुर की सिख सुनी। भी जदों तो असीं गुरु की सिक्ख्या सुनते हैं, गुरु की सिक्ख्या ते चलते हैं, फिर तो सानूं भेद खुलदा भी इन्ना कीमती धन साडे कोल जिहड़ा मालक ने दिता। ते जे असीं गुरु की मत नहीं लैंदे फिर असीं ये धन नूं व्यर्थ ही खराब करी जाने, कौडियां दे भाਅ खर्च कीती जांदी, आशा विलासा दे विच, चिंता फिकरां दे विच, दुविधा वैर विरोध दे विच। फिर असीं सोचां सोच के इस वासां नूं व्यर्थ खराब करी जाने। आपां नूं गुरमत दे विच दस्सिआ भी तुसीं वर्तमान च रहो। जिहड़े गुरमुख ने वो वर्तमान च रहिंदे, जिन्हां ने गुरु की मत ले ली वो आ सवास आया, इस सवास नूं संभालते हर एक दम नूं। मारे कहने दम दम सदा संभालदा, दम ना व्यर्थ जाए। उन्होंने दमां नूं संभालना। और दमां नूं असीं ताइयों संभाल सकते जे असीं वर्तमान च होवांगे भी आ साह आया, अगला पता नहीं आउणा कि नहीं आउणा, ते फिर असीं इन्हां दमां नूं संभालांगे। हुण जे असीं वर्तमान च नहीं, आम जीव जिहड़ा उहदा मन जिहड़ा वो वर्तमान च नहीं हुंदा, उहदा मन जिहड़ा वो विचारां च हुंदा, सोचां दे विच। वो सोचां चाहे साडीआं जिहड़ा बीत चुके आ, जो समा लंघ चुके आ, ज़्यादा असीं उन्हां सोचां दे विच डुੱਬੇ हुंदे आ भी उदों ऐं करदे सी, उदों ऐं करदे हुंदे सी। वो विचार साडे अंदर चलदे, ਜਾਂ फिर आने वाले समय नूं भविख वास्ते साडे वो विचार चलदे अंदर। हुण महाराज सानूं कहिंदे भी जिहड़ा बीत गया वो तो बीत ही गया, वो तो हुण वापस मुड़ के आउणा ही नहीं। वो चाहे चंगा बीत गया चाहे माड़ा बीत गया, उहदे बारे सोचण दा तां हुण कोई लाभ ही नहीं, सानूं कोई फायदा ही नहीं। जो बीत गया सो बीत गया, चंगा बीत गया माड़ा बीत गया, लंघ गया। ते जिहड़ा असीं भविख बारे सोचते हैं, भविख साडे वस विच नहीं है। जो होना वो हो के ही रहना, उन्होंने असीं बदल नहीं सकते। हुण जिहड़ा फिर जीव आपदी मत द्वारा चलदा वो कहेगा भी जिहड़ा होना वो हो के ही रहना, तो फिर सिमरन करन दी की लोड़, फिर गुरु घर की आउण की की लोड़, संगत करन की की लोड़ है, गुरबाणी पढ़न की की लोड़ है। जिहड़ा होना तो होना ही होना, ये वो आपदी मत वरतदा। हुण आपां नूं गुरमत च इह समझाया जांदा भी जिहड़ा होना वो तो होना ही है, पर जे असीं हुण वर्तमान सांभांगे, जे असीं हुण सिमरन करांगे, अभ्यास करांगे, तो साडे मन दे विच इन्ना बल आ जाएगा, इन्नी शक्ति आ जाएगी भी साडे अंदर इन्ना सबर संतोख आ जाएगा भी जे साडे नाल मान लो संसारी तौर पर वैसे तो कुछ माड़ा हुंदा नहीं, सब भला ही हुंदा, चंगा ही हुंदा, पर जे फिर भी सानूं लगदा भी आ माड़ा है, तो जे असीं सिमरन करांगे वो माड़ा सानूं माड़ा लगना ही नहीं। क्योंकि साडे मन ने रजा दे विच आ जाना, तो रजा दे विच आके इहनूं कुछ भी माड़ा नहीं लगता, कुछ भी इहनूं बुरा नहीं लगता। फिर जो मालक करदा उहिओ जिहड़े गुरमुख भगत उन्हां नूं चंगा लगदा, उन्हां नूं भाउंदा। ताइयों महाराज कहंदे ना हर जो किछ करे सो हर कियां भगतां भाया, भी परमात्मा जो भी करदा उहिओ भाउंदा भगतां नूं, उहिओ चंगा लगदा भी तू जो करदा साडे वास्ते उहिओ भला, साडे उहिओ वास्ते चंगा है। हुण इस वास्ते फिर आपां नूं समझाउंदे भी ना तां भविख साडे वस विच,
ਤੇ ਜਿਹੜਾ ਬੀਤ ਗਿਆ ਨਾ ਉਹ ਸਾਡੇ ਵੱਸ ਵਿੱਚ। ਤੇ ਹੁਣ ਤੁਸੀਂ ਵਰਤਮਾਨ ਦੇ ਵਿੱਚ ਜਿਹੜਾ ਸਮਾਂ ਚੱਲ ਰਿਹਾ, ਜਿਹੜੇ ਸਾਨੂੰ ਸਵਾਸ ਆ ਰਹੇ, ਤੁਸੀਂ ਇਹਨਾਂ ਸਵਾਸਾਂ ਨੂੰ ਸੰਭਾਲੋ, ਇਹਨਾਂ ਦਮਾਂ ਨੂੰ ਸੰਭਾਲੋ। ਵੀ ਨਾ ਤਾਂ ਮਨ ਨੂੰ ਅੱਗੇ ਜਾਣ ਦਿਓ, ਨਾ ਪਿੱਛੇ ਜਾਣ ਦਿਓ, ਫਿਰ ਅਸੀਂ ਸੁਖੀ ਹੋ ਸਕਦੇ। ਨਹੀਂ ਤਾਂ ਅਸੀਂ ਵਿਚਾਰਾਂ ਦੇ ਵਿੱਚ ਫਿਰ ਦੁਖੀ ਰਵਾਂਗੇ। ਸੋ ਇਸ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਜਿਹੜੇ ਗੁਰਮੁਖ ਉਹ ਵਰਤਮਾਨ 'ਚ ਵਿਚਰਦੇ, ਭਾਈਆਂ ਉਹ ਸਿਮਰਨ ਕਰਨ ਲੱਗੇ ਢਿੱਲ ਨਹੀਂ ਵਰਤਦੇ, ਉਹ ਆਲਸ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ, ਜਿਵੇਂ ਆਮ ਜੀਵ ਕਹਿ ਦਿੰਦਾ ਕੋਈ ਨਹੀਂ ਫੇਰ ਕਰ ਲਾਂਗੇ, ਅੱਜ ਨਹੀਂ ਤੇ ਕੱਲ੍ਹ ਕਰ ਲਾਂਗੇ, ਸੰਗਤ ਹੁਣ ਕੀ ਲੋੜ ਹੈ, ਕੋਈ ਨਹੀਂ ਫੇਰ ਕਰ ਲਾਂਗੇ, ਪਹਿਲਾਂ ਸਰੀਰ ਠੀਕ ਹੋ ਜੇ ਫੇਰ ਕਰਾਂਗੇ। ਹੁਣ ਜੇ ਅਸੀਂ ਇਸ ਤਰੀਕੇ ਨਾਲ ਚੱਲਾਂਗੇ ਤੇ ਫਿਰ ਅਸੀਂ ਕਦੋਂ ਲਾਹਾ ਲਵਾਂਗੇ ਜੀਵਨ ਦਾ, ਕਿਉਂਕਿ ਸਾਡਾ ਜਿਹੜਾ ਜੀਵਨ ਉਹਦਾ ਇੱਕ ਦਮ ਤੇ ਇੱਕ ਸਵਾਸ ਦੇ ਅਸੀਂ ਆਦਮੀ। ਜੇ ਸਾਨੂੰ ਦਮ ਆ ਰਿਹਾ, ਸਵਾਸ ਆ ਰਿਹਾ, ਤੇ ਤਾਂਹੀਓ ਅਸੀਂ ਕਹਿੰਦੇ ਵੀ ਅਸੀਂ ਕੰਮ ਕਾਰ ਕਰਦੇ ਹਾਂ, ਸਾਡਾ ਪਰਿਵਾਰ। ਜੇ ਸਾਨੂੰ ਸਵਾਸ ਹੀ ਨਾ ਆਵੇ ਤੇ ਸਾਡਾ ਖੇਲ ਉਦੋਂ ਹੀ ਸਮਾਪਤ ਹੋ ਜਾਣਾ, ਉਦੋਂ ਹੀ ਖੇਲ ਖਤਮ ਹੋ ਜਾਣਾ। ਸੱਚ ਮਹਾਰਾਜ ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਪਰਮਾਤਮਾ ਦਾ ਨਾਮ ਜਪਣ ਲੱਗੇ ਵੀ ਇੱਕ ਖਿੰਨ ਮਾਤਰ ਵੀ ਢਿੱਲ ਨਾ ਕਰਿਓ, ਵੀ ਪਤਾ ਨਹੀਂ ਆਸਾ ਆਇਆ ਅਗਲਾ ਆਵੇ ਕਿ ਨਾ ਆਵੇ। ਮਹਾਰਾਜ ਫਰਮਾਉਂਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਚ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਹੁਣ ਜਿਹਦੀ ਇਹ ਅਵਸਥਾ ਬਣ ਗਈ, ਜਿਹੜਾ ਇੰਨਾ ਗਹਿਰਾਈ ਇੰਨਾ ਸਹਿਜ ਵਿੱਚ ਚਲਾ ਗਿਆ ਵੀ ਮਤਾ ਪਤਾ ਨਹੀਂ ਆਹ ਸਾਹ ਆਉਂਦਾ ਅਗਲਾ ਆਉਣਾ ਕਿ ਨਹੀਂ ਆਉਣਾ। ਹੁਣ ਕੀ ਉਹ ਭਵਿੱਖ ਦੀ ਚਿੰਤਾ ਕਰੇਗਾ, ਉਹ ਫਿਕਰ ਕਰੇਗਾ, ਜਾਂ ਉਹ ਕਿਸੇ ਨਾਲ ਵੈਰ ਵਿਰੋਧ ਕਰੇਗਾ। ਉਹਨੂੰ ਤਾਂ ਇਹ ਆ ਵੀ ਆਹ ਦਮ ਆਇਆ ਵੀ ਅਗਲਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਮੈਂ ਕਾਹਦੇ ਲਈ ਵੈਰ ਵਿਰੋਧ ਕਰਨਾ, ਮੈਂ ਕਾਹਦੇ ਲਈ ਦੁੱਖਾਂ ਦੇ ਵਿੱਚ ਜਾਣਾ, ਮੈਂ ਤਾਂ ਜਿਹੜਾ ਸਮਾਂ ਸਵਾਸ ਜਿਹੜਾ ਆ ਰਿਹਾ ਇਹਨੂੰ ਸੰਭਾਲਾਂ। ਇਹ ਜੋ ਸਾਨੂੰ ਸਤਿਗੁਰੂ ਫਿਰ ਸਮਝਾਉਂਦੇ ਵੀ ਅਸੀਂ ਇੱਕ ਦਮ ਦੇ ਆਦਮੀ ਹਾਂ, ਵੀ ਪਹਿਲਾਂ ਤੁਸੀਂ ਉਹਨੂੰ ਮਿਲੋ ਪਰਮਾਤਮਾ ਨੂੰ, ਜਿਹੜਾ ਤੁਹਾਨੂੰ ਦਮ ਦੇ ਕੇ, ਜਿਹੜਾ ਤੁਹਾਨੂੰ ਪ੍ਰਾਣ ਦੇ ਕੇ ਜਿਉਂਦਾ ਰੱਖ। ਇੱਕ ਵਾਰ ਅਸੀਂ ਉਹਦੇ ਨਾਲ ਮਿਲਾਪ ਕਰ ਲਈਏ, ਉਹਦੇ ਸਨਮੁਖ ਹੋ ਜਾਈਏ, ਫਿਰ ਗੱਲਾਂ ਕਰੀ ਚੱਲਿਓ ਜਿੰਨੀਆਂ ਕਰਨ। ਵੀ ਪਹਿਲਾਂ ਜਿਹੜਾ ਸਾਡਾ ਮਕਸਦ, ਜਿਹੜਾ ਸਾਡਾ ਮਨੋਰਥ ਹੈ, ਉਹ ਤਾਂ ਅਸੀਂ ਪੂਰਾ ਕਰ ਲਈਏ। ਜਦੋਂ ਪੂਰਾ ਹੋ ਗਿਆ ਫਿਰ ਅਸੀਂ ਬੇਫਿਕਰੇ ਹੋ ਜਾਵਾਂਗੇ। ਫਿਰ ਸਾਨੂੰ ਪਤਾ ਵੀ ਸਾਡਾ ਕਾਰਜ ਤਾਂ ਪੂਰਾ ਹੋਇਆ ਹੋਇਆ, ਜਦੋਂ ਮਰਜ਼ੀ ਚਲੇ ਜਾਈਏ। ਮਹਾਰਾਜ ਇਸ ਲਈ ਫਰਮਾਉਂਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੇ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਵੀ ਅਸੀਂ ਇੱਕ ਦਮ ਦੇ ਆਦਮੀ ਹਾਂ, ਤੇ ਜੋ ਸਾਨੂੰ ਦਮ ਦੇ ਰਿਹਾ ਮਾਲਕ, ਪ੍ਰਾਣ ਦੇ ਰਿਹਾ, ਉਹਨੂੰ ਚੇਤੇ ਰੱਖੋ, ਉਹਦੇ ਸਨਮੁਖ ਉਹਦੇ ਨਾਲ ਮਿਲਾਪ ਕਰੋ, ਕਿਉਂਕਿ ਸਾਡਾ ਪ੍ਰਾਣਾਂ ਦੇ ਨਾਲ ਹੀ ਜੀਵਨ ਹੈ। ਜੇ ਪ੍ਰਾਣ ਆ ਰਹੇ ਨੇ ਤੇ ਜੀਵਨ ਹੈ, ਨਹੀਂ ਤਾਂ ਕੁਛ ਵੀ ਨਹੀਂ। ਸੋ ਤਾਈਓ ਮਾਰੇ ਸਾਨੂੰ ਉਦਾਹਰਨ ਦਿੰਦੇ ਵੀ ਜਿਵੇਂ ਇੱਕ ਮਿੱਟੀ ਦਾ ਦੀਵਾ ਹੁੰਦਾ, ਵੀ ਉਹ ਦੀਵੇ ਦੀ ਉਹਨਾਂ ਸਮਾਂ ਹੀ ਕਦਰ ਹੈ ਜਦ ਤੱਕ ਉਹਦੇ ਵਿੱਚ ਤੇਲ ਹੈ ਤੇ ਬੱਤੀ ਉਹ ਚਾਨਣ ਕਰਦਾ। ਜਦੋਂ ਤੇਲ ਮੁੱਕ ਜਾਂਦਾ, ਬੱਤੀ ਰੁਕ ਜਾਂਦੀ, ਤੇ ਉਹ ਦੀਵੇ ਦੀ ਕੋਈ ਸਾਂਭ ਸੰਭਾਲ ਨਹੀਂ ਕਰਦਾ, ਉਹਨੂੰ ਚੱਕ ਕੇ ਬਾਹਰ ਸੁੱਟ ਦਿੰਦੇ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਸਾਡੇ ਸਰੀਰ ਨੂੰ ਮਿੱਟੀ ਦਾ ਦੀਵਾ ਕਹਿੰਦੇ ਵੀ ਇਹਦੇ ਵਿੱਚ ਜਿਹੜੀ ਇਹ ਪਾਉਣ ਸਾਨੂੰ ਸਵਾਸ ਆ ਰਹੀ, ਇਹ ਤੇਲ ਹੈ ਤੇ ਨਾਮ ਹੈ ਜਿਹੜਾ ਉਹ ਬੱਤੀ ਹੈ। ਹੁਣ ਜਦ ਤੱਕ ਤਾਂ ਇਹਦੇ ਵਿੱਚ ਤੇਲ ਸਵਾਸ ਆ ਰਹੇ ਨੇ, ਉਹਨਾਂ ਸਮਾਂ ਇਹਦੀ ਕਦਰ ਹੈ। ਜਦੋਂ ਇਹ ਸਵਾਸ ਖਤਮ ਹੋ ਗਏ ਤੇ ਫਿਰ ਇਹ ਦੀਵੇ ਨੂੰ ਕਿਸੇ ਨੇ ਨਹੀਂ ਸਾਂਭਣਾ, ਇਹਨੂੰ ਚੱਕ ਕੇ ਘਰੋਂ ਬਾਹਰ ਕੱਢ ਦੇਣਗੇ। ਚਾਹੇ ਇਹਨੂੰ ਸੰਸਕਾਰ ਕਰ ਦਿਓ, ਚਾਹੇ ਇਹਨੂੰ ਮਿੱਟੀ 'ਚ ਦੱਬ ਦਿਓ, ਚਾਹੇ ਇਹਨੂੰ ਪਾਣੀ 'ਚ ਰੋੜ ਦਿਓ, ਫਿਰ ਇਹਨੂੰ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਇਸ ਲਈ ਫਰਮਾਉਂਦੇ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਮਹਾਰਾਜ ਕਹਿੰਦੇ ਵੀ ਤੈਨੂੰ ਇੱਕ ਘੜੀ ਵੀ ਕਿਸੇ ਨੇ ਜ਼ਿਆਦਾ ਨਹੀਂ ਰੱਖੀ,
ਵੀ ਤੂੰ ਹੁਣ ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਦਾ, ਤੂੰ ਕਿਉਂ ਨਹੀਂ ਪਰਮਾਤਮਾ ਦੇ ਨਾਲ ਜੁੜਦਾ, ਕਿਉਂ ਨਹੀਂ ਤੂੰ ਆਪਣੇ ਆਪੇ ਦੀ ਪਹਿਚਾਣ ਕਰਦਾ, ਕਿਉਂ ਨਹੀਂ ਤੂੰ ਆਪਦੇ ਘਰ ਦੀ ਪਹਿਚਾਣ ਕਰਦਾ। ਇਹ ਤਾਂ ਜਿਹੜਾ ਦੀਵਾ, ਇਹ ਤੈਨੂੰ ਇੱਕ ਦਿਨ ਇਹ ਸਰੀਰ ਜਿਹੜਾ ਇਹ ਛੱਡਣਾ ਹੀ ਪੈਣਾ, ਇਹਨੇ ਖਾਲੀ ਹੋਣਾ ਹੀ ਹੋਣਾ। ਇਹ ਜਿਹੜਾ ਸਰੀਰ ਇਹ ਸਾਡਾ ਅਸਲ ਘਰ ਨਹੀਂ, ਇਹ ਸਾਡਾ ਅਸਲੀ ਡੇਰਾ ਨਹੀਂ, ਇਹ ਸਾਨੂੰ ਇੱਕ ਦਿਨ ਛੱਡਣਾ ਹੀ ਪੈਣਾ, ਇਹ ਸਾਨੂੰ ਖਾਲੀ ਕਰਨਾ ਪੈਣਾ। ਹੁਣ ਅਸੀਂ ਇਹਨੂੰ ਖਾਲੀ ਕਰਕੇ ਜਾਣਾ ਕਿੱਥੇ ਹੈ? ਸਾਡਾ ਅਸਲੀ ਡੇਰਾ, ਅਸਲ ਘਰ ਕਿੱਥੇ ਆ? ਉਹਦੀ ਹੁਣ ਅਸੀਂ ਜਿਉਂਦੇ ਜੀ ਪਹਿਚਾਣ ਕਰਨੀ ਹੁੰਦੀ। ਆਪਣੇ ਘਰ ਦੇ ਵਿੱਚ ਅਸੀਂ ਵਾਸਾ ਕਰਨਾ ਹੁੰਦਾ, ਆਪਦੇ ਘਰ ਦੇ ਨਾਲ ਪਿਆਰ ਪਾਉਣਾ ਹੁੰਦਾ, ਇਹ ਬਗਾਨੇ ਘਰ ਦਾ ਮੋਹ ਛੱਡਣਾ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੇ ਜਾਣ, ਹਾਂ ਡੇਰਾ ਕੇ ਸੰਜਮੋਂ ਗੁਰ ਕੀ ਸ਼ਬਦ ਪਛਾਣ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਤੁਹਾਡਾ ਅਸਲ ਡੇਰਾ ਨਹੀਂ, ਅਸਲ ਘਰ ਨਹੀਂ। ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਮੱਤ ਲੈ ਕੇ ਆਪਣੇ ਅਸਲ ਡੇਰੇ, ਅਸਲ ਘਰ ਦੀ ਪਹਿਚਾਣ ਕਰ ਲਓ ਅਤੇ ਉੱਥੇ ਵਾਸਾ ਕਰ ਲਓ। ਹੁਣ ਅਸੀਂ ਇਹ ਬਗਾਨਾ ਘਰ ਇਹਦੀ ਚਿੰਤਾ ਕਰੀ ਜਾਂਦੇ, ਇਹਦਾ ਫਿਕਰ ਕਰੀ ਜਾਂਦੇ ਵੀ ਇਹਨੂੰ ਕਿਵੇਂ ਪਾਲਣਾ, ਇਹਨੂੰ ਕਿਵੇਂ ਸੁੱਖ ਸਹੂਲਤਾਂ ਇਹਨੂੰ ਦੇਣੀਆਂ। ਹੁਣ ਜਿਹੜਾ ਸਾਡਾ ਅਸਲ ਘਰ ਹੈ, ਜਿੱਥੇ ਜਾ ਕੇ ਅਸੀਂ ਸਦਾ ਵਸਣਾ, ਉਹਦੀ ਜੀ ਵੀ ਚਿੰਤਾ ਨਹੀਂ ਕਰਦਾ, ਉਹਦਾ ਫਿਕਰ ਨਹੀਂ ਕਰਦਾ। ਜਿਹੜਾ ਘਰ ਅਸੀਂ ਛੱਡ ਜਾਣਾ, ਉਹਦੀ ਐਵੇਂ ਦਿਨ ਰਾਤ ਇਹਨੂੰ ਚਿੰਤਾ ਲੱਗੀ ਹੋਈ, ਫਿਕਰ ਲੱਗੇ ਹੋਏ। ਮਹਾਰਾਜ ਤਾਈਆਂ ਫਰਮਾਉਂਦੇ, ਜੋ ਘਰ ਛੱਡ ਗਵਾਵਣਾ ਸੋ ਲਗਾ ਮਨ ਮਾਹੀ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਹੁਣ ਜੀਵ ਦੀ ਸਾਰੀ ਉਮਰ ਬੀਤ ਜਾਂਦੀ, ਬਜ਼ੁਰਗ ਵੀ ਹੋ ਜਾਂਦਾ, ਉਹਨੂੰ ਇਹ ਚਿੰਤਾ ਹੁੰਦੀ ਹੋਈ ਨਹੀਂ। ਉਹ ਸੰਸਾਰ ਦੀਆਂ ਤਾਂ ਚਿੰਤਾਵਾਂ ਕਰਦਾ, ਫਿਕਰ ਕਰਦਾ, ਉਹਨੂੰ ਇਹ ਕਦੇ ਚਿੰਤਾ ਨਹੀਂ ਹੁੰਦੀ ਵੀ ਮੈਂ ਆਪਦਾ ਘਰ ਨਹੀਂ ਦੇਖੇ, ਵੀ ਜਦੋਂ ਮੈਂ ਮਰਾਂਗਾ ਇਹ ਦੇਹ ਛੱਡਾਂਗਾ, ਮੈਂ ਗਾਂ ਜਾਵਾਂਗਾ ਕਿੱਥੇ, ਵੀ ਮੈਂ ਉਹ ਘਰ ਤਾਂ ਦੇਖਿਆ ਹੀ ਨਹੀਂ। ਅਗਲਾ ਘਰ ਜਿਹੜਾ ਜਿੱਥੇ ਮੈਂ ਦੇਹ ਛੱਡ ਕੇ ਜਾਣਾ, ਜਿੱਥੇ ਮੈਂ ਸਦਾ ਵਸਣਾ, ਉਹ ਘਰ ਦਾ ਫਿਕਰ ਕੋਈ ਨਹੀਂ, ਉਹ ਘਰ ਦੀ ਚਿੰਤਾ ਕੋਈ ਨਹੀਂ। ਸੋ ਮਹਾਰਾਜ ਤਾਂ ਸਾਨੂੰ ਕਹਿੰਦੇ, ਜੇ ਚਿੰਤਾ ਕਰਨੀ ਤੇ ਆਪਦੇ ਘਰ ਦੀ ਕਰ, ਬੇਗਾਨੇ ਘਰ ਦੀ ਕਾਹਦੀ ਚਿੰਤਾ, ਜਿਹੜਾ ਕਿ ਹੈ ਹੀ ਨਾਸਵਨ, ਜਿਹੜਾ ਕਿ ਹੈ ਹੀ ਮਿੱਥੇ। ਹੌੜੇ ਸਰੀਰ ਦੀਆਂ ਚਿੰਤਾਵਾਂ ਜਿਹੜੀਆਂ ਅਸੀਂ ਕਰਦੇ, ਸਾਡੀਆਂ ਵਿਅਰਥ, ਕਿਉਂਕਿ ਜਿੰਨੀ ਸਾਨੂੰ ਲੋੜ ਹੈ, ਜਿੰਨਾ ਸਾਨੂੰ ਚਾਹੀਦਾ, ਉਹ ਉਹਨਾਂ ਦਾ ਮਾਲਕ ਨੇ ਸਾਨੂੰ ਦਿੱਤੀ ਜਾਣ, ਬਿਨਾਂ ਮੰਗਿਆਂ ਤੋਂ ਹੀ ਉਹ ਸਾਨੂੰ ਦਿੱਤੀ ਜਾਂਦਾ। ਉਹਨੂੰ ਪਤਾ ਵੀ ਮੇਰੇ ਬੱਚੇ ਨੂੰ ਇੰਨੀ ਕੁ ਲੋੜ ਹੈ, ਉਹ ਸਮੇਂ ਸਮੇਂ ਮੁਤਾਬਕ ਸਾਡੇ ਮਨ ਦੀਆਂ, ਸਾਡੇ ਤਨ ਦੀਆਂ ਸਾਰੀਆਂ ਲੋੜਾਂ, ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ। ਪਰ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ, ਗੁਰੂ ਦੀ ਮੱਤ ਨਹੀਂ ਲੈਂਦੇ, ਫਿਰ ਸਾਡੇ ਅੰਦਰ ਸਬਰ ਸੰਤੋਖ ਨਹੀਂ ਰਹਿੰਦਾ। ਫਿਰ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ, ਅਸੀਂ ਲੋਭ ਵਸ ਹੋ ਕੇ ਹੋਰ ਮੰਗਦੇ ਵੀ ਸਾਨੂੰ ਆ ਵੀ ਚਾਹੀਦਾ, ਸਾਨੂੰ ਆ ਵੀ ਚਾਹੀਦਾ। ਫਿਰ ਸਾਨੂੰ ਕਹਿੰਦੇ ਵੀ ਜਿੰਨੀ ਤੁਹਾਨੂੰ ਲੋੜ ਹੈ ਉਹਨਾਂ ਤਾਂ ਦੇ ਹੀ ਰਹੇ ਹਾਂ, ਪਰ ਇਹ ਜਿਹੜਾ ਤੁਸੀਂ ਮੰਗਦੇ ਹੋ, ਇਹ ਤੁਸੀਂ ਜ਼ਹਿਰ ਮੰਗਦੇ ਹੋ, ਤੁਸੀਂ ਵਿਖ ਮੰਗਦੇ। ਇਹ ਵਿਖ ਜ਼ਹਿਰ ਨੇ ਤੁਹਾਡੀ ਸੁੱਧ ਬੁੱਧ ਮਾਰ ਦੇਣੀ, ਇਹ ਵਿਖ ਜ਼ਹਿਰ ਨੇ ਤੁਹਾਡੇ ਨਾਲ ਨਹੀਂ ਜਾਣਾ, ਇਹਨੇ ਤੁਹਾਨੂੰ ਹੋਰ ਕਮਲਿਆਂ ਕਰ ਦੇਣਾ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਜ਼ਹਿਰ ਹੈ ਜਿਹੜਾ, ਜੇ ਤਾਂ ਉਹ ਜ਼ਹਿਰ ਦੀ ਦਵਾਈ ਤੌਰ 'ਤੇ ਵਰਤੋਂ ਕੀਤੀ ਜਾਵੇ ਤਾਂ ਉਹ ਜ਼ਹਿਰ ਦਵਾਈਆਂ ਦੇ ਵਿੱਚ ਵੀ ਕੰਮ ਆਉਂਦਾ, ਉਹਦੇ ਨਾਲ ਇਲਾਜ ਵੀ ਹੁੰਦਾ। ਪਰ ਜੇ ਜ਼ਹਿਰ ਲੋੜ ਤੋਂ ਵੱਧ ਲਿਆ ਜਾਵੇ ਤਾਂ ਉਹ ਜਾਨ ਵੀ ਲੈ ਲੈਂਦਾ, ਉਹਦੇ ਨਾਲ ਨੁਕਸਾਨ ਵੀ ਹੁੰਦਾ। ਜਦੋਂ ਜੀਵ ਨੂੰ ਜ਼ਹਿਰ ਵੱਧ ਚੜ੍ਹ ਜਾਵੇ, ਉਹ ਜ਼ਹਿਰ ਦੇ ਵਿੱਚ ਇੰਨੀ ਗਰਮੈਸ਼ ਹੁੰਦੀ, ਉਹਨੂੰ ਅੰਨਾ ਕਰ ਦਿੰਦੀ, ਅੱਖਾਂ ਤੋਂ ਉਹਨੂੰ ਦਿਸਣਾ ਬੰਦ ਹੋ ਜਾਂਦਾ, ਕੰਨਾਂ ਤੋਂ ਉਹਨੂੰ ਸੁਣਨਾ ਬੰਦ ਹੋ ਜਾਂਦਾ, ਅਤੇ ਮੁੱਖ 'ਚ ਉਹਦੀ ਆਵਾਜ਼ ਨਹੀਂ ਨਿਕਲਦੀ, ਬੋਲਣਾ ਬੰਦ ਹੋ ਜਾਂਦਾ। ਉਹਦੇ ਵਿੱਚ ਇੰਨੀ ਗਰਮੈਸ਼, ਉਹਦੀ ਸੁੱਧ ਬੁੱਧ ਮਾਰੀ ਜਾਂਦੀ। ਜਿਵੇਂ ਆਪਾਂ ਦੇਖਦੇ ਨਾ, ਕਿਸੇ ਨੂੰ ਜ਼ਹਿਰ ਚੜ੍ਹ ਜਾਂਦਾ, ਕੋਈ ਜ਼ਹਿਰ ਪੀ ਲੈਂਦਾ, ਉਹਦੀ ਕੀ ਹਾਲਤ ਹੋ ਜਾਂਦੀ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਲੋੜ ਤੋਂ ਵੱਧ ਲੋਭ ਵਸ ਹੋ ਕੇ ਅਸੀਂ ਮੰਗਦੇ,
फिर सानू कहते भी ये ਜ਼ਹਿਰ आ ਤੁਹਾਡੇ वास्ते, ये ਜ਼ਹਿਰ ने थोड़ी सुध बुध मार देनी, ਤੁਹਾਨੂੰ कमले कर देना। महाराज इसलिए फरमाउंदे साथ ना चाले बिन भजन विखिया सगली शार। बई परमात्मा के नाम तो बिना भगती तो बिना ਜ਼ਹਿਰ ने तो थोड़े नाल नहीं जाना, ये विख ने थोड़े नाल नहीं जाना, तो ये विख दे विच किसी ने तृप्ति नहीं पाई। ये संसार दियाँ मंगां जिहड़ियां लोभ वस हो के साडियां ये इसे तरह ही भी जिमें अग दे विच बालन लाउणा, जिन्ना मर्जी असी अग च बालन डाई चलीए अग की कदे तृप्ति नहीं हुंदी, वो अग कदे रजदी नहीं। हुण इसे तरह ही महाराज कहंदे भी ये विख दे विच किसी ने तृप्ति नहीं पाई। विखिया में किनू हुई तृप्त ना पाई, ज्यों पाव कीदन नहीं तरापे बिन हर कहाँ आगाई। सतगुरु ताइयों कहते हैं भी जिमें वो पावक नहीं रजदी, अग नहीं रजदी, जिन्ना मर्जी उहदे विच लकड़ां पाई चलो, जिन्ना मर्जी बालन पाई चलो। हुण इसे तरह ही विख ਜ਼ਹਿਰ संसार दीयां मंगां, हुण इहदे विच किसी दी तृप्ति थोड़ी हुंदी, जिन्ना जीवन वध मिली जांदा उहदियां होर मंगां वधदियां जांदी, जिन्ना उहनूं मिलदा उदों वध उहदी होर तृष्णा वधदी। बई किसी कोल हज़ारां ते उहदी इच्छा भी लखां हो जाण, जिहदे कोल लखां उहनूं इह आ भी करोड़ां हो जाण, जिन्हों करोड़ां उहनूं अरबां हो जाण। ये गांह दी गांह तृष्णा होर वधदी जांदी, ये रुकदी नहीं है। महाराज ताइयों कहंदे भी जिवें वो अग नहीं रजदी बालण दे नाल, इसे तरह मन नहीं रजदा इहदे नाल। भी जा के परमात्मा के नाम दे नाल नहीं जुड़दा, इहदी तृप्ति नहीं होनी, इहने रजना नहीं है। ताइयों सतगुरु कहंदे तृष्णा विरले की ही बूझी है, कोट जोरे लाख करोरे मन न हो रे, परे परे को ही लूझी है। बई ये तृष्णा जीव की बुझदी नहीं, पर साडे मन नूं प्रतीत नहीं आउंदी, साडा मन मनदा नहीं, ये समझदा है बई होर किसी की नहीं बुझी होनी, करोड़ दे नाल जे मैनूं इन्ना क मिल जे मेरी तृप्ति हो जाएगी। बई होर किसी की नहीं बुझी होनी लखां दे नाल, जे मैनूं इन्ने क लख मिल जे तो मेरी तृप्ति हो जू, मैनूं होर नहीं चाहिए। पर यह साडा भरम है, जे उहदी नहीं तृष्णा बुझी तो बुझनी अपनी भी नहीं है। इहदे नाल ਉਹ सगां ते बालण का काम करना, उन्हें लकड़ां दा उन्हें अगन होर साडे अंदर प्रबल हो जाना। जे असी नहीं गुरु की मत लवांगे, नहीं सिमरन करांगे, नहीं नाम दे नाल जुड़ांगे तो साडी तृप्ति होनी नहीं, उहदे नाल होर तृष्णा वध जाण। महाराज इस वास्ते समझाउंदे भी संसार च जीव नूं ये बड़ा वड्डा भरम है। बई जीव समझदा भी जे होर किसी नूं मिल गया कोई अहुदा, भी उहदी नहीं संतुष्टि हुई, जे मैनूं मिल जे तो मेरी हो जू। संसार दे विच जे किसी ने कोठी महल पा लिया, उहदी नहीं तृप्ति हुई, मेरी हो जू जे मैं पा लूँ। जानी दी ये हर एक जीव नूं भरम है, ये भरम साडा बनिया ही रहिंदा जद तक असीं गुरु की मत नहीं लैंदे, जद तक असीं सिमरन नहीं करते। जिवें जीव नूं भरम है भी मैं इत्थे औखा, जे मैं होर किते परदेश चलिया जावां मैं उत्थे जाके सौखा हो जू। हुण ये भी साडा बड़ा वड्डा भरम है। ਜਿਹੜੇ परदेश चले गए जे उन्हां नूं पुछो वो उत्थे दुखी ने, क्योंकि माया तो उत्थे उही है, खेल तो उत्थे भी उही चलना। तृष्णा साडी इहदे नाल बुझणी कोई नहीं। ताइयों महाराज सच्चे पातशाह कहंदे भी जे असीं उहदी रजा च आ जाइए फिर असीं इत्थे भी सुखी हां, ते चाहे असीं संसार दे जिस मर्जी कोने च चले जाइए, फिर चाहे असी इस देश रहीए चाहे असी परदेश रहीए, सानूं उत्थे ही सुख है, उत्थे ही आनंद है। पर आनंद तां जे गुरु की मत लैके चलांगे, जे उहदी रजा च चलांगे। फिर तो जिहड़े गुरमुख उहदी रजा दे विच चले, उन्होंने तो फिर आखिया भी बेशक सानूं रुखा भोजन मिल जे, सानूं धरती ते भुंजे सौना मिल जे, पर साडी तेरे नाल प्रीत ना टुटे, साडा तेरे नाल प्यार बनिया रहे। मारे ताइयों फरमाउंदे रुखो भोजन भूम सैन सखी पिरिया संग सुख विहात।
ਵੀ ਜਿਹੜਾ ਆਨੰਦ ਜਿਹੜਾ ਉਹਦੀ ਰਜ਼ਾ ਦੇ ਵਿੱਚ ਮਾਲਕ ਦੇ ਹੁਕਮ ਦੇ ਵਿੱਚ ਆ ਕੇ ਜਿਹੜਾ ਸੁੱਖ ਮਾਲਕ ਦੀ ਸੇਵਾ ਦੇ ਵਿੱਚ, ਉਹ ਸੁੱਖ ਸੰਸਾਰ ਦੇ ਕਿਸੇ ਰਾਜ ਭਾਗ ਦੇ ਵਿੱਚ ਵੀ ਨਹੀਂ। ਆਈਆਂ ਭਗਤਾਂ ਨੇ ਆਖਿਆ, ਮਹਾਰਾਜ ਕਹਿੰਦੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਹੀਏ। ਬਈ ਉਹ ਸੁੱਖ ਤਾਂ ਸੰਸਾਰ ਦੇ ਰਾਜ ਭਾਗ ਦੇ ਵਿੱਚ ਵੀ ਨਹੀਂ, ਜਿਹੜਾ ਸੁੱਖ ਮਾਲਕ ਦੇ ਸੇਵਾਦਾਰ ਬਣ ਕੇ। ਹੁਣ ਜਿਹੜਾ ਸੇਵਕ ਹੈ, ਸੇਵਕ ਦਾ ਕੰਮ ਹੈ ਵੀ ਉਹਨੇ ਸੇਵਾ ਕਰਨੀ। ਸੇਵਾਦਾਰ ਹੁੰਦਾ ਨੌਕਰ, ਨੌਕਰ ਦਾ ਕੰਮ ਹੈ ਵੀ ਮਾਲਕ ਦਾ ਹੁਕਮ ਮੰਨਣਾ, ਵੀ ਜੋ ਮਾਲਕ ਕਰਦਾ ਉਹਨੂੰ ਸਤ ਸਤ ਕਰਕੇ ਮੰਨਣਾ। ਅਤੇ ਉਹੀਓ ਨੌਕਰ, ਉਹੀਓ ਚਾਕਰ ਹੈ ਜਿਹੜਾ ਮਾਲਕ ਦੇ ਹੁਕਮ ਦੇ ਵਿੱਚ ਅਤੇ ਜਿਹੜਾ ਸਹਿਜ ਦੇ ਵਿੱਚ। ਮਹਾਰਾਜ ਕਹਿੰਦੇ ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਈ। ਵੀ ਜਿਹੜਾ ਸਹਿਜ ਦੇ ਵਿੱਚ ਰਹਿੰਦਾ, ਜਿਹੜਾ ਉਹਦੀ ਰਜ਼ਾ ਦੇ ਵਿੱਚ ਚੱਲਦਾ, ਉਹ ਸੇਵਕ ਹੈ, ਉਹ ਚਾਕਰ ਹੈ, ਉਹ ਨੌਕਰ ਹੈ, ਉਹ ਗੋਲਾ ਹੈ। ਅਤੇ ਤਾਂਹੀਓ ਫਿਰ ਜਦੋਂ ਆਪਾਂ ਜਿਹੜੇ ਮਾਲਕ ਦੇ ਨੌਕਰ ਚਾਕਰ, ਵੀ ਜਦੋਂ ਅਸੀਂ ਉਹਨਾਂ ਦਾ ਜੀਵਨ ਦੇਖਦੇ, ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ ਵੀ ਇਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ, ਇਹਨਾਂ ਨੂੰ ਕੋਈ ਫਿਕਰ ਹੀ ਨਹੀਂ, ਇਹਨਾਂ ਨੂੰ ਕਿਤੇ ਦੁੱਖ ਹੀ ਨਹੀਂ ਹੁੰਦਾ, ਵੀ ਇਹਨਾਂ ਦਾ ਮਨ ਬੜਾ ਚੜ੍ਹਦੀ ਕਲਾ 'ਚ ਰਹਿੰਦਾ ਅਤੇ ਬੜਾ ਸੁਖੀ, ਬੜਾ ਆਨੰਦ ਅਵਸਥਾ ਦੇ ਵਿੱਚ, ਇਹਨਾਂ ਦਾ ਸਦਾ ਹੀ ਸੁਭਾਅ ਇੱਕੋ ਜਿਹਾ ਥਿਰ ਰਹਿੰਦਾ। ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਤੁਸੀਂ ਇਸ ਅਵਸਥਾ 'ਚ ਕਿਵੇਂ ਰਹਿੰਦੇ ਹੋ? ਕਹਿੰਦੇ ਵੀ ਅਸੀਂ ਮਾਲਕ ਦੀ ਚਾਕਰੀ ਕਰਦੇ, ਵੀ ਉਹਦੀ ਰਜ਼ਾ 'ਚ ਚੱਲਦੇ ਹਾਂ, ਤਾਂ ਕਰਕੇ ਸੁੱਖ ਹੈ, ਤਾਂ ਆਨੰਦ ਹੈ, ਸਾਨੂੰ ਦੁੱਖ ਕੋਈ ਹੈ ਹੀ ਨਹੀਂ। ਵੀ ਦੁੱਖ ਤਾਂ ਉਦੋਂ ਜਦੋਂ ਅਸੀਂ ਆਪਦੀ ਮੱਤ ਵਰਤਾਂਗੇ ਫਿਰ ਦੁੱਖ ਹੈ, ਜਦੋਂ ਆਪਦੀ ਮੱਤ ਵਰਤਣੀ ਨਹੀਂ ਅਤੇ ਦੁੱਖ ਕਾਹਦਾ। ਫਿਰ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਵੀ ਉਹਦੇ ਨੌਕਰ, ਉਹਦੇ ਚਾਕਰ ਕਿਵੇਂ ਬਣਿਆ ਜਾਵੇ, ਵੀ ਤੁਸੀਂ ਸਾਡੀ ਵੀ ਸਿਫਾਰਿਸ਼ ਕਰਦੇ ਹੋ ਵੀ ਅਸੀਂ ਵੀ ਉਹਦੇ ਨੌਕਰ ਚਾਕਰ ਬਣ ਜੀ। ਫਿਰ ਇਸ ਅਵਸਥਾ ਦੇ ਵਿੱਚ ਬੇਨਤੀ ਕਰਦੇ ਹਾਂ ਵੀ ਜਦੋਂ ਸਾਨੂੰ ਭੇਤ ਆ ਜਾਂਦਾ, ਸੋਝੀ ਆ ਜਾਂਦੀ, ਵੀ ਤੇਰੀ ਸ਼ਰਨ 'ਚ ਆਏ, ਸਾਨੂੰ ਵੀ ਆਪਦੇ ਘਰ ਦੇ ਨੌਕਰ ਬਣਾ ਲਾ, ਚਾਕਰ ਬਣਾ ਲਾ, ਗੋਲੇ ਬਣਾ ਲਾ। ਮਹਾਰਾਜ ਫਰਮਾਉਂਦੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੀ ਗੋਲੇ। ਵੀ ਅਸੀਂ ਵੀ ਤੇਰੇ ਘਰ ਦੇ ਗੋਲੇ ਬਣ ਜਾਈਏ, ਗੁਲਾਮ ਬਣ ਜਾਈਏ ਤੇਰੇ, ਸਾਨੂੰ ਵੀ ਆਪਦੇ ਚਾਕਰ ਬਣਾ ਲਾ, ਨੌਕਰ ਬਣਾ ਲਾ। ਫਿਰ ਆਪਾਂ ਨੂੰ ਸਮਝਾਉਂਦੇ ਵੀ ਨੌਕਰ ਚਾਕਰ ਮਾਲਕ ਉਹਨੂੰ ਆਪਦੀ ਨੌਕਰੀ 'ਤੇ ਲਾਉਂਦਾ, ਚਾਕਰੀ 'ਤੇ, ਜਿਹੜੇ ਗੁਰਮੁਖ ਫਿਰ ਗੁਰੂ ਦੀ ਸੇਵਾ ਕਰਦੇ, ਜਿਹੜੇ ਗੁਰੂ ਦਾ ਬਚਨ ਮੰਨਦੇ, ਜਿਹੜੇ ਸੰਤਾਂ ਸਾਧੂਆਂ ਦਾ ਬਚਨ ਮੰਨਦੇ, ਜੋ ਸਾਨੂੰ ਸੰਤ ਸਾਧੂ ਜਨ ਕਰਦੇ। ਜਦੋਂ ਅਸੀਂ ਜਿਹੜਾ ਉਹਦਾ ਨੌਕਰ ਹੈ, ਮਾਲਕ ਦਾ, ਉਹਦਾ ਚਾਕਰ ਹੈ, ਜਦੋਂ ਅਸੀਂ ਉਹਦੇ ਚਾਕਰ ਦਾ ਕਹਿਣਾ ਮੰਨਾਂਗੇ, ਫਿਰ ਉਹ ਸਾਡੀ ਸਿਫਾਰਿਸ਼ ਕਰਨਗੇ ਅਤੇ ਫਿਰ ਮਾਲਕ ਸਾਨੂੰ ਵੀ ਆਪਦੇ ਚਾਕਰ ਬਣਾ ਲੇ। ਮਹਾਰਾਜ ਇਸ ਲਈ ਫਰਮਾਉਂਦੇ ਜੋ ਜਨ ਗੁਰ ਕੀ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇਆ। ਵੀ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ ਫਿਰ ਸਾਨੂੰ ਮਾਲਕ ਆਪਦੇ ਘਰ ਦੇ ਕੰਮ 'ਤੇ ਲਾ ਲੈਂਦਾ। ਅਤੇ ਉਹਦੇ ਘਰ ਦਾ ਕੰਮ ਕੀ ਮਾਲਕ ਸੀ? ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਉਹਦੀ ਵਡਿਆਈ ਕਰਨੀ, ਸਿਮਰਨ ਕਰਨਾ, ਕਰਾਉਣਾ, ਕਥ ਕਹਾਣੀ ਕਰਨੀ, ਇਹ ਮਾਲਕ ਦੇ ਘਰ ਦਾ ਕੰਮ ਹੈ। ਵੀ ਜਿਵੇਂ ਨੌਕਰ ਦਾ ਕੰਮ ਹੈ ਵੀ ਉਹਨੇ ਮਾਲਕ ਦਾ ਸੰਦੇਸ਼ਾ ਦੇਣਾ, ਮਾਲਕ ਦਾ ਉਹਨੇ ਢੰਡੋਰਾ ਦੇਣਾ, ਦੱਸੀ ਜਾਣਾ ਹੈ, ਅਤੇ ਇਹਨੂੰ ਕਹਿੰਦੇ ਵੀ ਨੌਕਰ ਚਾਕਰ ਮਾਲਕ ਦੀ ਚਾਕਰੀ ਕਰਦਾ। ਜਦੋਂ ਅਸੀਂ ਉਹਦੇ ਚਾਕਰ ਬਣ ਕੇ ਚੱਲਾਂਗੇ ਅਤੇ ਫਿਰ ਚਾਕਰ ਦਾ ਜਿਹੜਾ ਫਿਕਰ ਉਹ ਸਾਰਾ ਮਾਲਕ। ਨੌਕਰ ਨੂੰ ਕੋਈ ਫਿਕਰ ਨਹੀਂ ਹੁੰਦਾ, ਨੌਕਰ ਦਾ ਕੰਮ ਹੈ ਵੀ ਉਹਨੂੰ ਮਾਲਕ ਨੇ ਜਿਹੜਾ ਕੰਮ ਆਖਿਆ ਉਹਨੇ ਉਹ ਕਰ, ਵੀ ਉਹਨੂੰ ਆਖਿਆ ਵੀ ਤੂੰ ਸਿਮਰਨ ਕਰਨਾ, ਤੂੰ ਕਥ ਕਹਾਣੀ ਕਰਨੀ, ਅਤੇ ਬਾਕੀ ਸਾਰਾ ਫਿਕਰ ਉਹ ਮਾਲਕ ਨੂੰ, ਉਹਦਾ ਨੌਕਰ ਦਾ। ਵੀ ਨੌਕਰ ਨੂੰ ਕੀ ਦੇਣਾ ਕੀ ਨਹੀਂ ਦੇਣਾ, ਸਾਰਾ ਕੁਛ ਉਹ ਮਾਲਕ ਦਾ ਆਪਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਸਾਡਾ ਮਨ ਇਸ ਅਵਸਥਾ ਦੇ ਵਿੱਚ ਆ ਜਾਏਗਾ ਤਾਂ ਫਿਰ ਸੁੱਖ ਬਹੁਤ ਹੈ, ਫਿਰ ਆਨੰਦ ਬਹੁਤ ਹੈ। ਭਾਈਆਂ ਭਗਤਾਂ ਨੇ ਆਖਿਆ ਵੀ ਜਿਹੜਾ ਸੁੱਖ ਮਾਲਕ ਦੀ ਚਾਕਰੀ ਕਰਕੇ, ਵੀ ਉਹ ਤਾਂ ਸੰਸਾਰ ਦੇ ਰਾਜ ਭਾਗ ਦੇ ਵਿੱਚ ਹੁੰਦਾ,
ਤਾਈਓਂ ਜਦੋਂ ਗੁਰਮੁਖਾਂ ਨੂੰ ਲਾਲਚ ਦਿੰਦੀ ਸੀ, ਜੇ ਆਪਾਂ ਜੀਵਨ ਦੇਖਦੇ ਆ ਨਾ ਗੁਰਸਿੱਖਾਂ ਦਾ ਜਾਂ ਸਾਹਿਬਜ਼ਾਦਿਆਂ ਦਾ, ਵੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਰਾਜ ਲੈ ਲਓ। ਉਹ ਉਹਨਾਂ ਨੂੰ ਭੇਦ ਵੀ ਅਸੀਂ ਇਹ ਰਾਜ ਤੋਂ ਕੀ ਕਰਾਉਣਾ, ਵੀ ਜਿਹੜਾ ਮਾਲਕ ਪਰਮਾਤਮਾ, ਜਦੋਂ ਅਸੀਂ ਉਹਦੇ ਚਾਕਰ ਬਣੇ ਹੋਏ ਆ, ਉਹਦੇ ਅਸੀਂ ਗੋਲੇ ਆ, ਅਤੇ ਫਿਰ ਇਹ ਰਾਜ ਭਾਗ ਤਾਂ ਉਹਨਾਂ ਮੂਹਰੇ ਕੁਛ ਵੀ ਨਹੀਂ ਹੈ। ਕਿਉਂਕਿ ਉਹਨਾਂ ਭੇਦ ਵੀ ਇਹ ਤਾਂ ਦੁੱਖ ਹੈ, ਵੀ ਜਿਹੜਾ ਸੁੱਖ ਉਹਦੀ ਚਾਕਰੀ ਵਿੱਚ ਹੈ, ਉਹ ਸੁੱਖ ਰਾਜ ਭਾਗ ਦੇ ਵਿੱਚ ਕਿੱਥੋਂ। ਸੋ ਤਾਂ ਕਰਕੇ ਫਿਰ ਉਹਨਾਂ ਨੂੰ ਡਲਾ ਨਹੀਂ ਸਕੀ, ਕਿਉਂਕਿ ਜਿਹੜਾ ਮਾਲਕ ਦਾ ਨੌਕਰ ਚਾਕਰ, ਉਹਨੂੰ ਫਿਰ ਇਹ ਮਾਇਆ ਡਲਾ ਨਹੀਂ ਸਕਦੀ, ਕਿਉਂਕਿ ਉਹਦਾ ਰਾਖਾ ਮਾਲਕ ਆਪ ਹੋ ਜਾਂਦਾ, ਆਪ ਨਾਲ ਸਹਾਈ ਹੋ ਜਾਂਦਾ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਵੀ ਜੇ ਮਾਲਕ ਦੀ ਚਾਕਰੀ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ। ਜਿਉਂ-ਜਿਉਂ ਹੁਣ ਅਸੀਂ ਇਹ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਸਾਡੀ ਆਪਣੀ ਮੱਤ ਖਤਮ ਹੋਏਗੀ, ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ, ਫਿਰ ਅਸੀਂ ਸੁਖੀ ਹੋ ਜਾਵਾਂਗੇ। ਫਿਰ ਜੋ ਮਾਲਕ ਕਰਦਾ ਉਹ ਸਾਡੇ ਮਨ ਨੂੰ ਭਾਉਣ ਲੱਗ ਜਾਏਗਾ। ਆਹ ਹੁਣ ਕਿਵੇਂ ਸਾਡੇ ਮਨ ਨੇ ਇਸ ਅਵਸਥਾ ਦੇ ਵਿੱਚ ਜਾਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਸਵਾਸ ਗਿਰਾ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੀ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਦੇ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ, ਇਹ ਆਪਾਂ ਗੁਰਮੰਤਰ ਨੂੰ ਦ੍ਰਿੜ ਕਰਨਾ। ਮਹਾਰਾਜ ਫਰਮਾਉਂਦੇ ਨੇ, ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਦੇ ਚਿਤਾਰ। ਜੇ ਅਸੀਂ ਇਹ ਗੁਰਮੰਤਰ ਨੂੰ ਹਿਰਦੇ 'ਚ ਵਸਾ ਲਾਂਗੇ, ਸਹਿਜ ਸੁਭਾਈ ਸਾਡਾ ਚੱਲੀ ਜਾਏਗਾ। ਫਿਰ ਜਦੋਂ ਸਾਡੇ ਹਿਰਦੇ 'ਚ ਵਸ ਗਿਆ ਗੁਰੂ ਦਾ ਸ਼ਬਦ, ਸਾਨੂੰ ਪਰਮਾਤਮਾ ਭੁੱਲਣਾ ਹੀ। ਮਹਾਰਾਜ ਫਰਮਾਉਂਦੇ, ਗੁਰ ਕਾ ਸ਼ਬਦ ਮਨ ਵਸੇ ਤਾਂ ਹਰ ਵਿਸਰ ਨਾ ਜਾਈ। ਫਿਰ ਨਹੀਂ ਮਾਲਕ ਵਿਸਰਦਾ, ਫਿਰ ਨਹੀਂ ਭੁੱਲਦਾ। ਹੁਣ ਇਸ ਵਾਸਤੇ ਆਪਾਂ ਵੱਧ ਤੋਂ ਵੱਧ ਗੁਰਮੁਖ ਪਿਆਰਿਓ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਨਾ, ਕਾਹਲੇ ਨਹੀਂ ਪੈਣਾ। ਬਈ ਗੁਰਬਾਣੀ ਗੁਰੂ ਵਿੱਚ ਇਹ ਕਿਤੇ ਨਹੀਂ ਆਪਾਂ ਨੂੰ ਆਖਿਆ ਵੀ ਇੰਨੀ ਛੇਤੀ ਕਰੋ, ਇੰਨੇ ਸਮੇਂ 'ਚ ਕਰ। ਸਿਰਫ ਸਹਿਜ ਦੇ ਨਾਲ, ਗਹਿਰਾਈ ਦੇ ਵਿੱਚ, ਠਹਿਰਾਓ ਦੇ ਨਾਲ, ਬਈ ਤਾਂ ਕਿ ਜੋ ਅਸੀਂ ਪੜ੍ਹ ਰਹੇ ਹਾਂ ਸਾਨੂੰ ਉਹਦੀ ਸਮਝ ਲੱਗੇ, ਉਹਨਾਂ ਕੁ ਮਨ ਵਿਚਾਰੇ। ਜਦੋਂ ਅਸੀਂ ਵਿਚਾਰਾਂਗੇ, ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ, ਅਤੇ ਅੰਮ੍ਰਿਤ ਦੁਆਰਾ ਸਾਡਾ ਮਨ ਧੋਤਾ ਜਾਏ। ਮਹਾਰਾਜ ਫਰਮਾਉਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਸਾਰੀ ਗੁਰਬਾਣੀ ਗੁਰੂ ਅੰਮ੍ਰਿਤਮਈ ਹੈ। ਜਦੋਂ ਅਸੀਂ ਵਿਚਾਰਾਂਗੇ ਤਾਂ ਸਾਡਾ ਮਨ ਫੇਰ ਧੋਤਾ ਜਾਣਾ। ਜੇ ਨਹੀਂ ਵਿਚਾਰਾਂਗੇ ਤਾਂ ਤਾਂਹੀਓ ਧੋਤਾ ਨਹੀਂ ਜਾਂਦਾ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ ਨੇ, ਮਨ ਨੂੰ ਧੋਣ ਦੇ ਦੋ ਤਰੀਕੇ ਨੇ। ਇੱਕ ਤਾਂ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇੱਕ ਨਾਲ ਨਾਲ ਸ਼ਬਦ ਦੀ ਵਿਚਾਰ। ਜਿਵੇਂ ਹੁਣ ਆਪਾਂ ਗੁਰਬਾਣੀ ਗੁਰੂ ਦੀ ਇੱਕ ਜਣਾ ਵਿਚਾਰ ਕਰਦਾ, ਬਾਕੀ ਆਪਾਂ ਧਿਆਨ ਨਾਲ ਸੁਣਦੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਫਰਮਾਉਂਦੇ, ਮਨ ਤਨ ਧੋਵੇ ਸ਼ਬਦ ਵਿਚਾਰੀ। ਇਹ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣ। ਜਦੋਂ ਹੁਣ ਅਸੀਂ ਗੁਰਬਾਣੀ ਗੁਰੂ ਦਾ ਕੋਈ ਵੀ ਸ਼ਬਦ ਲੈ ਕੇ ਅਸੀਂ ਉਹਦੀ ਵਿਚਾਰ ਕਰਾਂਗੇ, ਅਤੇ ਸਾਡਾ ਮਨ ਧੋਤਾ ਜਾਣਾ ਉਹ ਵਿਚਾਰ ਦੇ ਨਾਲ। ਕਿਉਂਕਿ ਜਦੋਂ ਅਸੀਂ ਫੁਰਨੇ ਲੈਂਦੇ ਹਾਂ, ਉਹ ਵਿਚਾਰਾਂ ਦੀ ਮੈਲ ਲੱਗ ਜਾਂਦੀ। ਜਿਵੇਂ ਹੁਣ ਆਪਾਂ ਅੰਦਰ ਕੋਈ ਫੁਰਨਾ ਲਈ ਜਾਂਦੇ, ਉਹ ਫੁਰਨੇ ਨੇ ਸਾਡੇ ਮਨ 'ਤੇ ਮੈਲ ਲਾਉਣੀ। ਜਦੋਂ ਅਸੀਂ ਅੰਤਰਗਤ ਕੋਈ ਹੋਰ ਫੁਰਨਾ ਨਹੀਂ, ਅਸੀਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ, ਅਤੇ ਉਹ ਗੁਰਬਾਣੀ ਗੁਰੂ ਦੀ ਵਿਚਾਰ ਨੇ ਸਾਡੇ ਮਨ ਤੋਂ ਮੈਲ ਲਾ ਦੇਣੀ, ਜਿਹੜੀ ਲੱਗੀ ਵੀ ਹੋਈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰਬਾਣੀ ਗੁਰੂ ਨੂੰ ਸਹਿਜ ਦੇ ਨਾਲ ਵਿਚਾਰੋ, ਤਾਂ ਕਿ ਸਾਡਾ ਮਨ ਹੋਰ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੁੰਦੀ। ਜਿੰਨੀ ਆਪਾਂ ਸੰਗਤ ਕਰਾਂਗੇ, ਉਨਾ ਹੀ ਸਾਨੂੰ ਲਾਭ, ਉਨਾ ਹੀ ਸਾਨੂੰ ਲਾਹਾ ਹੈ। ਇਹ ਜੋ ਆਪਾਂ ਸਾਰੀ ਵਿਚਾਰ ਕਰਦੇ ਹਾਂ, ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਆਪਣੇ ਮਨ ਨੂੰ ਵੀ ਗੁਰੂ ਦੀ ਮੱਤਾ 'ਚ, ਵੀ ਇਹ ਵੀ ਆਪਦੀ ਮੱਤ, ਆਪਦੀ ਸਿਆਣਪ ਛੱਡ ਕੇ ਇਹ ਵੀ ਗੁਰੂ ਦੀ ਮੱਤ ਦਾ ਧਾਰਨੀ ਹੋ ਜੀ। ਇਹ ਵੀ ਮਾਲਕ ਦੇ ਭਾਣੇ ਦੇ ਵਿੱਚ ਆ ਜੇ, ਉਹਦੀ ਰਜ਼ਾ ਦੇ ਵਿੱਚ ਆ ਜੇ, ਅਤੇ ਉਹਦਾ ਕੀਤਾ ਹੋਇਆ ਸਾਨੂੰ ਉਹ ਮਿੱਠਾ ਲੱਗਣ ਲੱਗ ਜੇ, ਸਾਨੂੰ ਪਿਆਰਾ ਲੱਗਣ ਲੱਗ ਜੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ